टमाटर जे तुसीं इह तों पहलां कोई होर फसल लाउंदे होवोगे, कोई होर सब्जी लाउंदे सी पहलां? तकरीबन कि जिन्ना मैं काम कीता सी वेख के ਚੱਲਿਆ ਸੀ भी कदे आपां ने गलत काम नहीं करना, भी कर्जा नहीं चढ़न देना, वो लोग ने खराब कर ਲੱਖਾਂ ਦੀ ਫਸਲ ਆ ਉਹ ਖੇਤਾਂ ਦੇ ਵਿੱਚ ਰੁਲ ਰਹੀ ਐ। ਇਸੇ ਤਰ੍ਹਾਂ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਲੋਕਡਾਊਨ ਲਾਉਂਦੀਆਂ ਨੇ ਤਾਂ ਕਿਸਾਨਾਂ ਬਾਰੇ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਵੀ ਇਹਨਾਂ ਦਾ ਮਾਲ ਕਿਹੜੇ ਢੰਗ ਨਾਲ ਉੱਥੇ ਪਹੁੰਚਾਇਆ ਜਾਊਗਾ। ਮੰਡੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਜਿੱਥੇ ਇਹਨਾਂ ਦਾ ਮਾਲ ਵਿਕਦਾ। टमाटर आ ये पट्ठियां दे भाव च वेचिया जी, तुसीं मन्नोगे पट्ठियां दा भाव की रेट हुंदा 2 रुपये 2.5 रुपये। ਕਾਰਨ ਆ ਉਹ ਜਿਹੜਾ ਤਕੜੇ ਜਿਹੜੀ ਗੱਡੀ ਉਹਨੂੰ ਹੱਥ ਨਹੀਂ ਪਾਉਂਦੇ, ਕੀ ਕਾਰਨ ਰਹੇ ਇਹਦੇ ਪਿੱਛੇ? ਅਸੀਂ ਤਾਂ ਘੱਟੋ ਘੱਟ 8-9 ਲੱਖ रुपया ला के ਸਾਡੇ ਤਾਂ ਜੀ ਪੈਸੇ ਵੀ ਨਹੀਂ ਪੂਰੇ ਹੋਣੇ। ਸਾਨੂੰ ਤਾਂ ਮੇਰੇ ਹਿਸਾਬ ਨਾਲ 3-4 ਲੱਖ रुपया ਇਕੱਠਾ ਹੋਣਾ ਜੀ। ਹਰੇਕ ਬੰਨਿਓ ਮਾਰ ਵੱਜ ਰਹੀ ਆ ਤੇ ਉਂਝ ਖੇਤੀ ਦੇ ਆਧਾਰ ਤੇ ਬਾਗਬਾਨੀ ਵਾਲੇ ਆਉਣਗੇ, ਮੀਟਿੰਗਾਂ ਕਰਨਗੇ, ਖੇਤੀ में बदलाव करो, कणक जीरी से लग लियाओ, की लग करिए दसो जी। ਕਾਨੂੰਨ ਮੰਨ ਲਓ ਜੇ ਲਾਗੂ ਹੁੰਦੇ ਨੇ ਤਾਂ ਕਿਹੋ ਜਿਹੇ ਹਾਲਾਤ ਹੋ ਜਾਣਗੇ ਇੱਥੇ ਪੰਜਾਬ ਦੇ ਜਿਹੜੇ ਹੁਣ ਲੇਬਰ ਜਿਵੇਂ ਕੰਮ ਕਰ ਰਹੀ ਹੈ ਜਾਂ ਤੁਸੀਂ ਕਰਦੇ ਹੋ? ਹੁਣ ਇਹ ਕਹਿੰਦੇ ਨੇ ਵੀ ਛੋਟੇ ਕਿਸਾਨ ਨੂੰ ਫਾਇਦਾ ਅਗਰ ਇਹ ਕਾਨੂੰਨ ਲਾਗੂ ਹੁੰਦੇ ਨੇ। ਮੰਨ ਲਓ ਹੁਣ ਮਹਾਰਾਸ਼ਟਰ ਦੇ ਵਿੱਚ ਮੰਨ ਲਓ ਆਪਣੀ ਫਸਲ 2000 ਰੁਪਏ ਕੁਆਂਟਲ ਵਿਕੰਡੀ ਜਾਂ 3000 ਰੁਪਏ ਕੁਆਂਟਲ, 1000 ਰੁਪਏ ਤੁਸੀਂ ਵੱਧ ਲਾ ਲਓ ਪੰਜਾਬ ਨਾਲੋਂ ਵਿਕੰਡੀ, ਇੱਥੋਂ 2000 ਕਿਲੋਮੀਟਰ ਦੂਰ, ਤਾਂ 2 ਕਿੱਲਿਆਂ ਵਾਲਾ ਕਿਸਾਨ ਉੱਥੇ 2000 ਕਿਲੋਮੀਟਰ ਕਿਵੇਂ ਲੈ ਕੇ ਜਾਊਗਾ? ਤਾਂ ਟਮਾਟਰ ਇੱਥੇ ਪਿਆ ਕੀ ਰੇਟ ਵਿਕ ਰਿਹਾ ਇਹ? ਇਹ ਭਾਜੀ ਇਹ ਤਾਂ ਟਮਾਟਰ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਅਸੀਂ ਮੰਨ ਲਓ ਮੰਡੀ 'ਚ 100 ਕਰੇਟ ਲੈ ਕੇ ਗਏ ਆ, ਉਹ 100 ਕਰੇਟ ਦੇ ਵਿੱਚੋਂ ਸਾਡੇ 20 ਕੁ ਕਰੇਟ ਤਾਂ ਵਿਕ ਜਾਂਦੇ ਆ। ਮੰਨ ਲਓ 80 ਰੁਪਏ ਨੂੰ ਕਰੇਟ ਵਿਕ ਗਿਆ, ਕੋਈ ਮੰਨ ਲਓ ਕੋਈ 70 ਨੂੰ ਵਿਕ ਗਿਆ, ਉਦੋਂ ਮੁੜ ਕੇ ਸਾਰੇ ਕਰੇਟ ਸਾਡੇ ਪਏ ਰਹਿੰਦੇ ਨੇ, ਉਹ ਦੂਜੇ ਦਿਨ ਸੁੱਟਣੇ ਪੈਂਦੇ ਨੇ, ਸਾਡਾ ਮਾਲ ਵਿਕ ਨਹੀਂ ਰਿਹਾ ਹੈਗਾ। ਕਾਰਨ ਕੀ ਹੈ ਇਹਦਾ ਮਾਲ ਨਾ ਵਿਕਣ ਦਾ? ਔਰ ਜਿੱਦਾਂ ਕਿ ਸ਼ਨੀ ਐਤਵਾਰ ਬੰਦ ਆ ਗਿਆ, ਫਿਰ 5 ਵਜੇ ਤੋਂ ਬਾਅਦ ਟੋਟਲ ਦੁਕਾਨਾਂ ਬੰਦ ਹੋ ਗਈਆਂ, ਮਾਲ ਨਹੀਂ ਵਿਕ ਪਾਉਂਦਾ ਹੈਗਾ। ਵੀ ਲੋਕਡਾਊਨ ਕਰਕੇ ਸਾਨੂੰ ਮਾਰ ਬਹੁਤ ਜ਼ਿਆਦਾ ਪਈ ਹੈ। ਪਰ ਏਕੜ ਦੇ ਵਿੱਚ ਕਿੰਨਾ ਖਰਚਾ ਆ ਗਿਆ ਹੋਊਗਾ ਟਮਾਟਰ ਲਾਉਣ ਦੇ ਵਿੱਚ? ਸਾਡਾ ਪਰ ਏਕੜ ਦੇ ਭਾਜੀ 50,000 ਤੋਂ ਲੈ ਕੇ 60,000 ਰੁਪਏ ਸਾਡਾ ਖਰਚਾ ਆਇਆ। ਜਿਹੜੀਆਂ ਰਾਤ ਦੀਆਂ ਨੀਂਦਰਾਂ ਝਾਕੀਆਂ ਨੇ, ਜਿੱਦਾਂ ਕਿ ਹੁਣ ਕਣਕ ਸਰ ਪੱਕੀ ਸੀ ਨਾ, ਤੇ ਫਿਰ ਡੇ ਦੀ ਲਾਈਟ ਨਹੀਂ ਸੀ ਆਉਂਦੀ, ਰਾਤ ਨੂੰ ਆਉਂਦੀ ਸੀ ਲਾਈਟ, ਉਹ ਅਸੀਂ ਇੱਕ ਦਿਨ ਛੱਡ ਕੇ ਰਾਤ ਨੂੰ ਇਹ ਆਪ ਭਰ ਕੇ ਜਾਂਦੇ ਸੀਗੇ। ਅਸੀਂ ਨੌਕਰ ਤੋਂ ਵੀ ਨਹੀਂ ਪਾਣੀ ਲਵਾਉਂਦੇ ਵੀ ਕਿਤੇ ਉਹ ਤੋਂ ਵੱਧ ਘੱਟ ਪਾਣੀ ਨਾ ਪੈ ਜਾਏ, ਅਸੀਂ ਆਪ ਪਾਣੀ ਲਾਏ ਨੇ। ਪਰ ਸਰ ਮਿਹਨਤ ਤਾਂ ਬਹੁਤ ਕੀਤੀ, ਪਰ ਲੋਕਡਾਊਨ ਨੇ ਰੋਲਤਾ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਕਿਸਾਨ ਜਦੋਂ ਖੇਤੀ ਕਰਦਾ ਹੈ ਤਾਂ ਉਹ ਕਣਕ ਜੀਰੀ ਦੀ ਕਰਦਾ, ਤਾਂ ਉਸ ਤੋਂ ਬਾਅਦ ਸਰਕਾਰਾਂ ਵੀ ਇਹ ਕਹਿੰਦੀਆਂ ਨੇ ਕਿ ਵੱਖਰੀ ਖੇਤੀ ਕਰਨ, ਉਹ ਸਬਜ਼ੀ ਲਾਉਣ ਜਾਂ ਕੁਝ ਹੋਰ ਲਾਉਣ ਤਾਂ ਆਮਦਨ ਦੁੱਗਣੀ ਹੁੰਦੀ ਆ, ਤਾਂ ਆਮਦਨ ਵੱਧਦੀ ਆ। ਅਤੇ ਉੱਥੇ ਹੀ ਕਈ ਵਾਰੀ ਸੱਟੇ ਵਾਲਾ ਕੰਮ ਹੁੰਦਾ ਖੇਤੀ ਦੇ ਵਿੱਚ। ਜਦੋਂ ਕੋਈ ਸਬਜ਼ੀ ਦੀ ਖੇਤੀ ਕਰਦੇ ਨੇ ਤਾਂ ਆਮਦਨ ਵੱਧ ਵੀ ਜਾਂਦੀ ਆ, ਪਰ ਕਈ ਵਾਰੀ ਘਾਟਾ ਹੀ ਪੈ ਜਾਂਦਾ। ਅਸੀਂ ਬੈਠੇ ਹਾਂ ਹਸੈਨਪੁਰ ਜੌਲਾ ਪਿੰਡ ਦੇ ਵਿੱਚ, ਉੱਥੇ ਗੱਲਬਾਤ ਕਰਦੇ ਹਾਂ ਕਿਸਾਨ ਦੇ ਨਾਲ ਜਿਹਨੇ ਕਿ ਕਈ ਏਕੜ ਜਿਹੜੇ ਉਹ ਟਮਾਟਰ ਲਾਏ ਸਨ, ਪਰ ਉਹ ਅੱਜ ਰੁਪਈਏ ਦੇ ਭਾਅ ਨੂੰ ਉਹ ਚੱਕੇ ਨਹੀਂ ਜਾ ਰਹੇ, ਉਹ ਖੇਤਾਂ ਦੇ ਵਿੱਚ ਪਏ ਨੇ, ਉਹ ਐਵੇਂ ਹੀ ਰੁਲ ਰਹੇ ਨੇ। ਗੱਲਬਾਤ ਕਰਦੇ ਉਹਨਾਂ ਨਾਲ। ਕਿੰਨੇ ਏਕੜ ਨੇ ਜਿਹੜੇ ਤੁਸੀਂ ਟਮਾਟਰ ਲਾਏ ਨੇ? ਉਹ ਭਾਜੀ 5 ਏਕੜ ਲਾਏ ਹੋਏ ਨੇ ਅਸੀਂ ਟਮਾਟਰ ਜੀ। ਹਾਂਜੀ। ਇਹ ਜਿਹੜਾ ਹੁਣ ਤੁਹਾਡਾ ਟਮਾਟਰ ਇੱਥੇ ਪਿਆ ਕੀ ਰੇਟ ਵਿਕ ਰਿਹਾ ਇਹ? ਕੀ ਭਾਅ ਵਿਕਦਾ ਕਿ ਐਂ ਪਿਆ ਬਸ ਹੁਣ? ਨਹੀਂ ਭਾਜੀ ਇਹ ਤਾਂ ਟਮਾਟਰ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਅਸੀਂ ਮੰਨ ਲਓ ਮੰਡੀ 'ਚ 100 ਕਰੇਟ ਲੈ ਕੇ ਗਏ ਆ, ਉਹ 100 ਕਰੇਟ ਦੇ ਵਿੱਚੋਂ ਸਾਡੇ 20 ਕੁ ਕਰੇਟ ਤਾਂ ਵਿਕ ਜਾਂਦੇ ਆ। ਮੰਨ ਲਓ 80 ਰੁਪਏ ਨੂੰ ਕਰੇਟ ਵਿਕ ਗਿਆ, ਕੋਈ ਮੰਨ ਲਓ ਕੋਈ 70 ਨੂੰ ਵਿਕ ਗਿਆ, ਉਦੋਂ ਮੁੜ ਕੇ ਸਾਰੇ ਕਰੇਟ ਸਾਡੇ ਪਏ ਰਹਿੰਦੇ ਨੇ, ਉਹ ਦੂਜੇ ਦਿਨ ਸੁੱਟਣੇ ਪੈਂਦੇ ਨੇ, ਸਾਡਾ ਮਾਲ ਵਿਕ ਨਹੀਂ ਰਿਹਾ ਹੈਗਾ, ਬਿਲਕੁਲ ਨਹੀਂ ਵਿਕ ਰਿਹਾ। ਕਾਰਨ ਕੀ ਹੈ ਇਹਦਾ ਮਾਲ ਨਾ ਵਿਕਣ ਦਾ? ਇਹ ਭਾਜੀ ਸਭ ਤੋਂ ਜ਼ਿਆਦਾ ਲੋਕਡਾਊਨ ਦਾ ਹੀ ਕਾਰਨ ਹੈ। ਵੀ ਜਿਹੜਾ ਲੋਕਡਾਊਨ ਲੱਗਿਆ ਹੋਇਆ, ਮੰਡੀਆਂ ਬੰਦ ਨੇ, ਜਿੱਦਾਂ ਕਿ ਭਾਜੀ ਆਪਣਾ ਦਿੱਲੀ ਮੰਡੀ ਬੰਦ ਹੈ, ਹਰਿਆਣਾ ਬੰਦ ਹੈ, ਹਿਮਾਚਲ ਬੰਦ ਹੈ। ਔਰ ਜਿੱਦਾਂ ਕਿ ਸ਼ਨੀ ਐਤਵਾਰ ਬੰਦ ਆ ਗਿਆ, ਫਿਰ 5 ਵਜੇ ਤੋਂ ਬਾਅਦ ਟੋਟਲ ਦੁਕਾਨਾਂ ਬੰਦ ਹੋ ਗਈਆਂ, ਮਾਲ ਨਹੀਂ ਵਿਕ ਪਾਉਂਦਾ ਹੈਗਾ। ਵੀ ਲੋਕਡਾਊਨ ਕਰਕੇ ਸਾਨੂੰ ਮਾਰ ਬਹੁਤ ਜ਼ਿਆਦਾ ਪਈ ਹੈ। ਪਰ ਏਕੜ ਦੇ ਵਿੱਚ ਕਿੰਨਾ ਖਰਚਾ ਆ ਗਿਆ ਹੋਊਗਾ ਟਮਾਟਰ ਲਾਉਣ ਦੇ ਵਿੱਚ? ਸਾਡਾ ਪਰ ਏਕੜ ਦੇ ਭਾਜੀ 50,000 ਤੋਂ ਲੈ ਕੇ 60,000 ਰੁਪਏ ਸਾਡਾ ਖਰਚਾ ਆਇਆ। ਜਿਹੜੀਆਂ ਰਾਤ ਦੀਆਂ ਨੀਂਦਰਾਂ ਝਾਕੀਆਂ ਨੇ, ਜਿੱਦਾਂ ਕਿ ਹੁਣ ਕਣਕ ਸਰ ਪੱਕੀ ਸੀ ਨਾ, ਤੇ ਫਿਰ ਡੇ ਦੀ ਲਾਈਟ ਨਹੀਂ ਸੀ ਆਉਂਦੀ, ਰਾਤ ਨੂੰ ਆਉਂਦੀ ਸੀ ਲਾਈਟ, ਉਹ ਅਸੀਂ ਇੱਕ ਦਿਨ ਛੱਡ ਕੇ ਰਾਤ ਨੂੰ ਇਹ ਆਪ ਭਰ ਕੇ ਜਾਂਦੇ ਸੀਗੇ। ਅਸੀਂ ਨੌਕਰ ਤੋਂ ਵੀ ਨਹੀਂ ਪਾਣੀ ਲਵਾਉਂਦੇ ਵੀ ਕਿਤੇ ਉਹ ਤੋਂ ਵੱਧ ਘੱਟ ਪਾਣੀ ਨਾ ਪੈ ਜਾਏ, ਅਸੀਂ ਆਪ ਪਾਣੀ ਲਾਏ ਨੇ। ਪਰ ਸਰ ਮਿਹਨਤ ਤਾਂ ਬਹੁਤ ਕੀਤੀ, ਪਰ ਲੋਕਡਾਊਨ ਨੇ ਰੋਲਤਾ। ਇਹ ਟਮਾਟਰ ਜੇ ਤੁਸੀਂ ਇਹ ਤੋਂ ਪਹਿਲਾਂ ਕੋਈ ਹੋਰ ਫਸਲ ਲਾਉਂਦੇ ਹੋਵੋਗੇ, ਕੋਈ ਹੋਰ ਸਬਜ਼ੀ ਲਾਉਂਦੇ ਸੀ ਪਹਿਲਾਂ? ਸਰ ਇਸ ਤੋਂ ਪਹਿਲਾਂ ਸਾਡੇ ਮਟਰ ਸੀਗੇ,
ਬਸ ਉਹ ਵੀ ਠੀਕ ਠੀਕ ਹੀ ਰਹੇ ਨੇ। ਲੋਕਡਾਊਨ ਕਰਕੇ ਵਿੱਚ ਨੂੰ ਸਾਨੂੰ ਜਿੱਦਾਂ ਦਾ ਲੋਕਡਾਊਨ ਤਕਰੀਬਨ ਹੋਇਆ, ਮੇਰਾ ਉਸ ਤੋਂ ਪਹਿਲਾਂ ਬਹੁਤ ਵਧੀਆ ਕੰਮ ਸੀਗਾ, ਆਪਦਾ ਵਧੀਆ ਕੰਮ ਸੀ। ਮੈਂ ਤਾਂ ਤਕਰੀਬਨ ਮੈਂ ਵੇਖ ਕੇ ਕੰਮ ਕਰਦਾ ਸੀ, ਪਰ ਮੈਨੂੰ ਨਾ ਤਕਰੀਬਨ ਕਿ ਜਿੰਨਾ ਮੈਂ ਕੰਮ ਕੀਤਾ ਸੀ ਵੇਖ ਕੇ ਚੱਲਿਆ ਸੀ ਵੀ ਕਦੇ ਆਪਾਂ ਨੇ ਗਲਤ ਕੰਮ ਨਹੀਂ ਕਰਨਾ, ਵੀ ਕਰਜ਼ਾ ਨਹੀਂ ਚੜਨ ਦੇਣਾ, ਉਹ ਲੋਕਡਾਊਨ ਨੇ ਖਰਾਬ ਕਰਤਾ। ਇਹਨਾਂ ਦਾ ਦੇਖ ਲਓ ਤੁਸੀਂ, ਹਾਲ ਆਪੇ ਦੇਖ ਸਕਦੇ ਹੋ ਕਿ ਟਮਾਟਰ ਲਾਏ ਸੀਗੇ, ਲੋਕਡਾਊਨ ਨੇ ਕੀ ਹਾਲਤ ਕਰਤੀ। ਹੁਣ ਚੱਕੇ ਨਹੀਂ ਜਾ ਰਹੇ, ਫਸਲਾਂ ਕਿਤੇ ਜਾ ਨਹੀਂ ਰਹੀਆਂ, ਕਿਸਾਨ ਤਾਂ ਕਰੇ ਵੀ ਕੀ ਕਰੇ। ਉੱਤੋਂ ਕਿਸਾਨ ਧਰਨੇ ਦੇ ਵਿੱਚ ਵੀ ਬੈਠੇ ਨੇ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਬੈਠੇ ਨੇ। ਜਿਹੜੀ ਲੱਖਾਂ ਦੀ ਫਸਲ ਆ ਉਹ ਖੇਤਾਂ ਦੇ ਵਿੱਚ ਰੁਲ ਰਹੀ ਹੈ ਇਸੇ ਤਰ੍ਹਾਂ। ਅਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਲੋਕਡਾਊਨ ਲਾਉਂਦੀਆਂ ਨੇ ਤਾਂ ਕਿਸਾਨਾਂ ਬਾਰੇ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਵੀ ਇਹਨਾਂ ਦਾ ਮਾਲ ਕਿਹੜੇ ਢੰਗ ਨਾਲ ਉੱਥੇ ਪਹੁੰਚਾਇਆ ਜਾਊਗਾ। ਮੰਡੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਜਿੱਥੇ ਇਹਨਾਂ ਦਾ ਮਾਲ ਵਿਕਦਾ, ਉਹਦੇ ਬਾਰੇ ਸੋਚਣਾ ਚਾਹੀਦਾ। ਤੁਸੀਂ ਨੌਜਵਾਨ ਹੋ ਜੀ, ਤੁਸੀਂ ਇੱਥੇ ਕੰਮ ਕਰਦੇ ਹੋ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਭਾਜੀ ਅਸੀਂ ਬੜੀ ਰੀਝ ਨਾਲ ਵਾਈ ਖੇਤੀ, ਬੜੀ ਰੀਝ ਨਾਲ ਭਾਜੀ ਅਸੀਂ ਟਮਾਟਰ ਲਾਏ ਸੀ। ਅਤੇ ਪਿਛਲੇ ਸਾਲ ਵੀ ਸਾਡੀ ਖੇਤੀ ਬਹੁਤ ਵਧੀਆ ਸੀ। ਪਿਛਲੇ ਸਾਲ ਵੀ ਅਸੀਂ 30 ਰੁਪਏ 40 ਰੁਪਏ 50 ਰੁਪਏ ਗ੍ਰੇਟ, ਉਦੋਂ ਪਿਛਲੇ ਸਾਲ ਸਾਡਾ ਭਾਜੀ 200 ਰੁਪਏ ਗ੍ਰੇਟ ਵਿਕਿਆ ਸੀ। ਚਲੋ ਵਧੀਆ ਰਹਿ ਗਿਆ ਸੀ। ਪਿਛਲੇ ਸਾਲ ਵੀ ਲੋਕਡਾਊਨ ਨੇ ਭਾਜੀ ਸਾਨੂੰ ਮਾਰ ਪਾਈ, ਅਤੇ ਐਤਕੀ ਅਸੀਂ ਫੇਰ ਬਈ ਚਲੋ ਪਿਛਲੇ ਸਾਲ ਤੇ ਅਸੀਂ ਆਖਿਆ ਲੰਘ ਗਿਆ, ਚਲੋ ਠੀਕ ਕਰੋਨਾ ਵਾਇਰਸ ਦਾ ਟਾਈਮ, ਬਈ ਅਗਲੇ ਸਾਲ ਵੀ ਅਸੀਂ ਕਰੀਏ, ਕੋਈ ਗੱਲ ਨਹੀਂ। ਜਿਵੇਂ ਹੁਣ ਕੈਪਟਨ ਸਰਕਾਰ ਕਹਿੰਦੀ ਏ ਬਈ ਖੇਤੀ ਬਦਲ ਕੇ ਕਰੋ, ਜਿਵੇਂ ਮੱਕੀ ਲਾਓ ਜਾਂ ਹੋਰ ਕੋਈ ਫਸਲ ਲਾਓ। ਅਸੀਂ ਹੋਰ ਭਿੰਡੀ ਵੀ ਲਾਈ ਹੋਈ ਆ ਜੀ, ਭਿੰਡੀ 22-23 ਰੁਪਏ ਕਿੱਲੋ ਵਿਕ ਰਹੀ ਆ, 7 ਰੁਪਏ ਤਾਂ ਉਹਦੀ ਤੜਾਈ ਆ ਜੀ। ਕਰੇਲਾ 3-4 ਰੁਪਏ ਵਿਕ ਰਿਹਾ ਜੀ, ਠੀਕ ਹੈ ਜੀ। ਟਮਾਟਰ ਆ ਇਹ ਪੱਠਿਆਂ ਦੇ ਭਾਅ 'ਚ ਵੇਚਿਆ ਜੀ। ਤੁਸੀਂ ਮੰਨੋਗੇ ਪੱਠਿਆਂ ਦਾ ਭਾਅ ਕੀ ਰੇਟ ਹੁੰਦਾ? 2 ਰੁਪਏ 2.5 ਰੁਪਏ। ਅੱਜ ਇਹ ਖੰਡੂਰ 2 ਰੁਪਏ 40 ਪੈਸੇ ਖੰਡੂਰ ਸਾਹਿਬ ਵਾਲੀ ਫੈਕਟਰੀ ਨੂੰ ਦਿੱਤਾ। ਇਹ ਖੰਡੂਰ ਸਾਹਿਬ ਕੱਲ੍ਹ ਨੂੰ ਜਾਣਾ ਜੀ। ਇਹ ਟਮਾਟਰ ਅਸੀਂ 350 ਗ੍ਰੇਡ ਤੋੜ ਕੇ ਰੱਖਿਆ, 350 ਕੱਲ੍ਹ ਨੂੰ ਹੋਏਗਾ। ਇਹ ਪੱਠਿਆਂ ਦੇ ਭਾਅ ਟਮਾਟਰ ਵੇਚਿਆ। ਜਿਹਨੂੰ ਪਸ਼ੂ ਚਾਰਾ, ਜਿਹਨੂੰ ਮੰਨ ਲਓ ਤੁਸੀਂ 350 ਰੁਪਏ ਤੇ ਕੁਆਂਟਲ, 400 ਰੁਪਏ ਕੁਆਂਟਲ ਦਾ ਤੂੜੀ ਆ। ਅੱਜ ਤੂੜੀ ਦਾ ਰੇਟ ਆ। ਅਤੇ ਜਿਵੇਂ ਹੁਣ ਸਰਕਾਰ ਨੇ ਕਿਹਾ ਬਈ ਪਰਚੂਨ ਦੀਆਂ ਦੁਕਾਨਾਂ ਨੂੰ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਛੂਟ ਆ। ਪੁਲਿਸ ਵਾਲੇ ਸਭ ਤੋਂ ਪਹਿਲਾਂ ਪੈਂਦੀ ਸਬਜ਼ੀ ਵਾਲੀਆਂ ਰੇਹੜੀਆਂ ਨੂੰ ਆ। ਉਹਨਾਂ ਨੂੰ ਕੋਈ ਠੇਕਾ ਨਹੀਂ ਦਿਖਦਾ, ਉਹਨਾਂ ਨੂੰ ਕੋਈ ਤਗੜਾ ਬੰਦਾ ਨਹੀਂ ਵਿਖਦਾ ਵੀ ਜਿਹੜੇ ਕੋਈ ਹੋਰ ਸਮਾਨ ਆ, ਜਿਹੜੇ ਐਰਾ ਵਗੈਰਾ ਮੀਟ ਵਾਲੇ ਨਹੀਂ ਵਿਖਦੇ, ਜਿਹੜੇ ਮੀਟ ਦੀਆਂ ਰੇਹੜੀਆਂ ਲਾਈਆਂ, ਉਹਨਾਂ ਨੂੰ ਸਬਜ਼ੀ ਵਾਲਾ ਸਿੱਧਾ ਵਿਖਦਾ। ਉਹ ਜੇ ਸਬਜ਼ੀ ਵਾਲੇ ਨੂੰ ਡਾਂਗ ਮਾਰਦੇ, ਉਹ ਸਬਜ਼ੀ ਵਾਲੇ ਦੇ ਡਾਂਗ ਨਹੀਂ ਵੱਜਦੀ ਜੀ, ਉਹ ਸਿੱਧੇ ਜ਼ਿਮੀਂਦਾਰ ਦੇ ਸਿਰ 'ਤੇ ਆ ਕੇ ਡਾਂਗ ਵੱਜਦੀ ਆ। ਕਿਉਂ? ਇਹ ਪੁਲਿਸ ਵਾਲੇ ਵੀ ਹੋਏ, ਚਾਹੇ ਕੋਈ ਵੀ ਮਹਿਕਮੇ ਵਾਲਾ, ਅਗਲਾ ਗਰੀਬ ਬੰਦੇ 'ਤੇ ਜ਼ਿਆਦਾ ਚੜ੍ਹਦਾ ਜੀ। ਕੋਈ ਵੀ ਬੰਦਾ ਹੁਣ ਉਰੋਂ ਤੁਸੀਂ ਰੋਡ 'ਤੇ ਜਾਂਦੇ ਹੋਊਗੇ, ਬੰਦੇ ਵੱਡੀਆਂ ਗੱਡੀਆਂ ਜਿਨ੍ਹਾਂ ਕੋਲ ਫੋਰਚੂਨਰ ਆ ਜਾਂ ਲੈਂਡ ਕਿਊਜ਼ਰ ਆ, ਵੱਡੀਆਂ ਗੱਡੀਆਂ ਵਾਲਿਆਂ ਨੂੰ ਨਹੀਂ ਰੋਕਣਗੇ। ਜਿਹੜੇ ਅਲਟੋ 'ਤੇ ਜਾਂਦੇ ਨੇ, ਜਿਹੜੇ ਸਵਿਫਟ 'ਤੇ ਜਾਂਦੇ ਨੇ, ਜਿਹੜੇ i20 'ਤੇ ਜਾਂਦੇ ਨੇ, ਉਹਨਾਂ ਨੂੰ ਭੱਜ ਕੇ ਰੋਕਣਗੇ। ਇਹ ਬੜਾ ਕਾਨੂੰਨ ਇੰਡੀਆ ਦਾ ਗਲਤ ਆ। ਚਲੋ ਮੰਨ ਲਓ ਵੀ ਅਸੀਂ ਬਾਜ਼ਾਰ ਵੀ ਸਾਰਾ ਕੁਝ ਬੰਦ ਕਰ ਦਾਂਗੇ, ਅਸੀਂ ਨਹੀਂ ਸਬਜ਼ੀਆਂ ਲਾਉਂਦੇ, ਅਸੀਂ ਕਰੋਨਾ ਵਾਇਰਸ ਆਈ ਘਰੇ ਬਹਿ ਜਾਂਗੇ। ਕੀ ਕਾਰਨ ਆ ਉਹ ਜਿਹੜਾ ਤਕੜੇ ਜਿਹੜੀ ਗੱਡੀ ਉਹਨੂੰ ਹੱਥ ਨਹੀਂ ਪਾਉਂਦੇ? ਕੀ ਕਾਰਨ ਰਹੇ ਇਹਦੇ ਪਿੱਛੇ? ਤਗੜੇ ਦਾ ਹਰੇਕ ਬੰਨੇ ਕਿਤੇ ਨਾ ਕਿਤੇ ਲਿੰਕ ਹੁੰਦੇ ਨੇ ਜੀ। ਪੁਲਿਸ ਤਗੜੇ ਬੰਦੇ ਤੋਂ ਹਰੇਕ ਕੋਈ ਡਰਦਾ, ਮਾੜੇ ਬੰਦੇ ਨੂੰ ਹਰੇਕ ਕੋਈ ਦਬਾ ਲੈਂਦਾ। ਠੀਕ ਹੈ ਜੀ, ਤਗੜੇ ਬੰਦੇ ਤੋਂ ਹਰੇਕ ਕੋਈ ਡਰਦਾ, ਮਾੜੇ ਨੂੰ ਹਰੇਕ ਕੋਈ ਦਬਾ ਲੈਂਦਾ। ਹੁਣ ਜਿਵੇਂ ਹੁਣ ਸਬਜ਼ੀ ਦੇ ਰੇਟ ਨੇ, ਅੱਜ 2, 2.5, 3 ਰੁਪਏ ਕਿੱਲੋ। ਅਸੀਂ ਕੱਲ੍ਹ ਮੈਂ ਮੰਡੀ ਦੇ ਵਿੱਚ 100 ਗ੍ਰੇਡ ਲੈ ਗਿਆ ਸੀ, ਮੇਰੇ ਤਾਂ 35 ਗ੍ਰੇਡ ਵਿਕੇ ਨੇ, 65 ਗ੍ਰੇਡ ਮੰਡੀ ਪਏ ਨੇ। ਮੈਂ ਆੜਤੀ ਨੂੰ ਕਿਹਾ, ਮੈਂ ਕਿਹਾ ਖਾਲੀ ਗ੍ਰੇਡ ਦੇ ਦੇ, ਕਹਿੰਦਾ ਅਸੀਂ ਖਾਲੀ ਗ੍ਰੇਡ ਕਿੱਥੋਂ ਦਈਏ। ਠੀਕ ਆ। ਮੈਂ ਪਰਸੋਂ ਕਰੇਲਾ ਤੋੜਿਆ, ਮੇਰਾ ਕਰੇਲੇ ਦੇ ਵੀ ਮੇਰੇ ਕੋਲ 5-6 ਕਿੱਲੇ ਨੇ। ਕਰੇਲਾ ਤੋੜਿਆ 3 ਰੁਪਏ 4 ਰੁਪਏ 3 ਰੁਪਏ 4 ਰੁਪਏ। ਅਸੀਂ ਤਾਂ ਘੱਟੋ ਘੱਟ 8-9 ਲੱਖ ਰੁਪਈਆ ਲਾ ਕੇ, ਸਾਡੇ ਤਾਂ ਜੀ ਪੈਸੇ ਵੀ ਨਹੀਂ ਪੂਰੇ ਹੋਣੇ। ਸਾਨੂੰ ਤਾਂ ਮੇਰੇ ਹਿਸਾਬ ਨਾਲ 3-4 ਲੱਖ ਰੁਪਈਆ ਇਕੱਠਾ ਹੋਣਾ ਜੀ। ਹਰੇਕ ਬੰਨਿਓ ਮਾਰ ਵੱਜ ਰਹੀ ਆ। ਅਤੇ ਉਂਝ ਖੇਤੀ ਦੇ ਆਧਾਰ 'ਤੇ ਬਾਗਬਾਨੀ ਵਾਲੇ ਆਉਣਗੇ, ਮੀਟਿੰਗਾਂ ਕਰਨਗੇ, ਖੇਤੀ ਮੈਂ ਬਦਲਾਅ ਕਰੋ, ਕਣਕ ਜੀਰੀ ਸੇ ਲੱਗ ਲਿਆਓ। ਕੀ ਲੱਗ ਕਰੀਏ ਦੱਸੋ ਜੀ? ਕੀ ਲੱਗ ਕਰੀਏ? 60,000 ਰੁਪਏ 70,000 ਰੁਪਏ ਠੇਕੇਦਾਰ ਕਹਿੰਦਾ ਸਾਨੂੰ ਮਿਲ ਜੇ। ਅੱਜ DAP ਦਾ ਰੇਟ ਪਹਿਲਾਂ 1400 ਰੁਪਏ ਸੀ, ਹੁਣ 1900 ਰੁਪਏ ਦਾ ਥੈਲਾ ਹੋ ਰਿਹਾ। ਜਿਹੜੀ ਦਵਾਈ ਆਪਾਂ ਚਾਹੇ ਇੰਟਰਾਕੋਲ ਲੈਂਦੇ ਸੀ, ਚਾਹੇ ਬੂਟਾ ਕਲੋਰ ਲੈਂਦੇ ਸੀ, ਠੀਕ ਆ, ਜਿਹੜੀ ਦਵਾਈ ਦਾ ਰੇਟ 450 ਰੁਪਏ ਸੀ, ਅੱਜ 600 ਰੁਪਏ ਰੇਟ ਹੋ ਗਿਆ। ਹਰੇਕ ਬੰਨੇ ਲੇਬਰ ਵਾਲਾ ਕਹਿੰਦਾ ਵੀ ਪਹਿਲਾਂ ਮੈਨੂੰ ਦਿਹਾੜੀ 400 ਰੁਪਏ ਮਿਲਦੀ ਸੀ, ਹੁਣ ਮੈਂ 450 500 ਰੁਪਏ ਲਵਾਂਗਾ। ਜ਼ਿਮੀਂਦਾਰ ਦੇ ਤਾਂ ਹਰੇਕ ਬੰਨੇ ਵਾਧਾ ਹੋ ਰਿਹਾ ਨਾ। ਜ਼ਿਮੀਂਦਾਰ ਨੂੰ ਤਾਂ ਕਮਾਈ ਘਟ ਰਹੀ ਆ, ਖਰਚੇ ਵਧ ਰਹੇ ਨੇ ਜੀ। ਡੀਜ਼ਲ ਦਾ ਭਾਅ ਦੇਖ ਲਓ ਜੀ। ਕਣਕ ਜੀਰੀ ਦੇ ਟਾਈਮ ਇਹ ਡੀਜ਼ਲ ਚੱਕ ਦਿੰਦੇ ਨੇ ਜੀ, ਉਹਦੇ ਬਾਅਦ ਡੀਜ਼ਲ ਮੰਦਾ ਕਰ ਦਿੰਦੇ ਨੇ। ਇਹ ਸਭ ਜਿੰਨੀਆਂ ਵੀ ਆ, ਇਹ ਮਿਲੀ ਭੁਗਤ ਨਾਲ ਕੰਮ ਚੱਲਦਾ। ਆਪਣੇ ਸੂਬੇ ਦੇ ਵਿੱਚ ਕੀ ਨਹੀਂ ਹੋ ਸਕਦਾ ਜੇ ਕੈਪਟਨ ਸਰਕਾਰ ਕਰਨਾ। ਆਪਣੇ ਕੋਲ ਆ
ਵਾਂਸ ਤੇ ਸਬਸਿਡੀ ਦਿੰਦੀ ਆ, ਰੂਟਾਵੇਟਰ ਤੇ ਸਬਸਿਡੀ ਦਿੰਦੀ ਆ, ਟਰੈਕਟਰ ਤੇ ਸਬਸਿਡੀ ਆ, ਹਰੇਕ ਚੀਜ਼ ਤੇ ਸਬਸਿਡੀ ਆ। ਸਾਨੂੰ ਕਿਸੇ ਚੀਜ਼ ਤੇ ਸਬਸਿਡੀ ਨਹੀਂ ਹੈਗੀ, ਕਿਸੇ ਵੀ ਚੀਜ਼ ਤੇ। ਮੈਂ ਮੱਕੀ ਦੇ ਫਾਰਮ ਭਰੇ ਸੀ ਪਿਛਲੇ ਸਾਲ, ਮੇਰੇ ਕੋਲ 2 ਮੱਕੀ ਦੇ ਮੈਂ ਫਾਰਮ ਭਰੇ ਸੀ। ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ 18,000 ਰੁਪਈਆ ਆਊਗਾ। ਮੈਂ ਫਾਰਮ ਭਰੇ, ਮੈਂ ਲਾਈ ਵੀ ਸੀ ਮੱਕੀ, ਫੋਟੋ ਲੈ ਕੇ ਗਏ। ਹਾਲੇ ਤੱਕ ਮੈਂ ਮੈਸੇਜ ਦੇਖਦਾ ਵੀ ਉਹ 2 ਕਿੱਲੇ ਸੀ 36,000 ਰੁਪਈਆ, ਹਾਲੇ ਤੱਕ ਮੈਂ ਦੇਖਦਾ ਵੀ ਹਾਲੇ ਤੱਕ ਨਹੀਂ ਆਇਆ। ਕੀ ਆਪਾਂ ਬਦਲਾਅ ਕਰਾਂਗੇ? ਕਹਿੰਦੇ ਕਣਕ ਜੀਰੀ ਤੋਂ ਉੱਪਰ ਉੱਠ ਕੇ, ਜੀਰੀ ਤੋਂ ਚਲੋ ਕਣਕ ਦੀ ਤਾਂ ਚਲੋ ਫਸਲ ਨੂੰ ਘੱਟ ਕਹਿੰਦੇ ਨੇ, ਜੀਰੀ ਦੀ ਫਸਲ ਨੂੰ ਜ਼ਿਆਦਾ ਕਹਿੰਦੇ ਨੇ ਵੀ ਪਾਣੀ ਦਾ ਬਚਾਅ ਕਰੋ, ਪਾਣੀ ਦਾ ਬਚਾਅ ਕੀ ਕਰੀਏ? ਠੀਕ ਆ, ਕੋਈ ਪੱਕਾ ਮੁੱਲ ਹੋਣਾ ਚਾਹੀਦਾ ਹਰੇਕ ਫਸਲ ਦਾ, ਜਿਹੜੀ ਸਬਜ਼ੀ ਲਾਉਂਦੇ ਹੋ। ਕਣਕ ਜੀਰੀ ਮੰਗੋ ਵੀ ਪੱਕਾ ਰੇਟ ਹੋਵੇ ਉਹਦਾ ਸਰਕਾਰੀ। ਪੱਕਾ ਮੁੱਲ ਤਾਂ ਹੁਣੇ ਸਬਜ਼ੀ ਦਾ ਆਪਾਂ ਕਰ ਨਹੀਂ ਸਕਦੇ। ਇਹਦਾ ਕੋਈ ਜਿਵੇਂ ਹੁਣ ਮੰਨ ਲਓ ਕਰੋਨਾ ਵਾਇਰਸ ਚੱਲਦਾ, ਇਹਦੇ ਮਸਲੇ ਦਾ ਹੱਲ ਕਰਨਾ ਚਾਹੀਦਾ। ਪੱਕਾ ਮੁੱਲ ਤੇ ਇਹਦਾ ਹੋ ਨਹੀਂ ਸਕਦਾ ਜੀ, ਪੱਕਾ ਮੁੱਲ ਇਹਦਾ ਹੋ ਨਹੀਂ ਸਕਦਾ। ਇਹਦਾ ਮਤਲਬ ਜਿਵੇਂ ਹੁਣ ਮੰਨ ਲਓ ਬਈ ਜਿਹੜੇ ਜ਼ਿਮੀਂਦਾਰਾਂ ਨੇ ਸਬਜ਼ੀਆਂ ਲਾਈਆਂ ਸੀ, ਪਤਾ ਵੀ ਕਰੋਨਾ ਵਾਇਰਸ ਚੱਲ ਰਿਹਾ, ਉਹਨਾਂ ਨੂੰ ਜਿਵੇਂ ਪਟਵਾਰੀਆਂ ਕੋ ਆ ਕੇ ਉਹਨਾਂ ਨੂੰ ਪੁੱਛਣ ਵੀ ਤੁਹਾਡੇ ਵਾਲੇ ਏਰੀਏ 'ਚ ਕਿੰਨੀ ਸਬਜ਼ੀ ਆ, ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਹਰੇਕ ਸਾਲ ਜ਼ਿਮੀਂਦਾਰ ਕਿੰਨੇ ਵੀ ਆਪਣੇ ਪੱਲਿਓਂ ਪਾਲੂਗਾ, ਠੀਕ ਆ, ਮੁਆਵਜ਼ਾ ਦੇਣਾ ਚਾਹੀਦਾ। ਜਿਵੇਂ ਹੁਣ ਆਕਸੀਜਨ ਦੀ ਘਾਟ ਚੱਲ ਰਹੀ ਆ ਕਰੋਨਾ ਵਾਇਰਸ ਦੇ, ਕਿੰਨੇ ਤਗੜੇ ਬੰਦਿਆਂ ਦੀਆਂ ਕਿੰਨੀਆਂ 100 ਕਿੱਲੇ ਵਾਲਿਆਂ ਦੀਆਂ ਕਿੰਨੀਆਂ ਮੋਟਰਾਂ ਨੇ ਜੀ। ਹਰੇਕ ਮੋਟਰ ਦੇ ਜਿਵੇਂ 5-6 ਦਰਖਤ ਚਾਹੀਦੇ ਨੇ। ਜਿਹੜੀ ਮੋਟਰ ਦੇ ਵੀ 5 ਦਰਖਤ ਨਾ ਹੋਣਗੇ ਅਸੀਂ ਕਨੈਕਸ਼ਨ ਕੱਢ ਦਾਂਗੇ। ਹੁਣ ਤਗੜੇ ਬੰਦੇ ਨੇ, ਉਹਨਾਂ ਨੇ ਮੋਟਰਾਂ ਦੇ, ਮੈਂ ਕਹਿੰਦਾ ਉਰੇ ਦਿਖਾ ਦੇਣਾ, 100 ਕਿੱਲੇ ਦੇ ਵਿੱਚ ਇੱਕ ਵੀ ਦਰਖਤ ਨਹੀਂ, 200 ਕਿੱਲੇ ਦੇ ਵਿੱਚ ਇੱਕ ਵੀ ਦਰਖਤ ਨਹੀਂ, ਠੀਕ ਆ। ਛੋਟਾ ਜ਼ਿਮੀਂਦਾਰ ਨੇ, ਹਰੇਕ ਨੇ ਮੋਟਰ ਤੇ 2-3 ਦਰਖਤ ਲਾਏ ਹੋਣਗੇ। ਆਕਸੀਜਨਾਂ ਦੀ ਘਾਟ ਇਹੀ ਆ ਜੀ। ਜਿਵੇਂ ਹੁਣ ਹਰੇਕ ਦੀ ਮੋਟਰ ਆ, ਭਾਵੇਂ 100 ਕਿੱਲਿਆਂ ਵਾਲਾ, ਚਾਹੇ 50 ਕਿੱਲਿਆਂ ਵਾਲਾ, ਚਾਹੇ 2 ਕਿੱਲਿਆਂ ਵਾਲਾ, ਹਰੇਕ ਦੀ ਮੋਟਰ ਤੇ 2 ਜਾਂ 3 ਜਾਂ 5 ਦਰਖਤ ਕੰਪਲਸਰੀ ਕਰਨੇ ਚਾਹੀਦੇ ਨੇ। ਵੀ ਜਿਹਦੇ ਮੋਟਰ ਤੇ ਦਰਖਤ ਨਾ ਹੋਵੇ ਵੀ ਅਸੀਂ ਕਨੈਕਸ਼ਨ ਕੱਟਾਂਗੇ। ਆਕਸੀਜਨ ਦੀ ਘਾਟ ਹੁੰਦੀ ਨਹੀਂ। ਪੰਜਾਬ ਦੇ ਵਿੱਚ 12,000 ਕੁਛ ਪਿੰਡ ਨੇ, 12,500 ਪਿੰਡ ਨੇ, ਤੇ ਉਹਦੇ ਵਿੱਚ ਕਿੰਨੀ ਮੋਟਰ ਹੋਣੀ ਆ, ਅੱਗੇ ਕਿੰਨਾ ਰਕਬਾ ਹੋਣਾ। ਹਰੇਕ ਮੋਟਰ ਤੇ 5-5 ਦਰਖਤ ਹੋ ਗਏ। ਆਕਸੀਜਨ ਦੀ ਘਾਟ ਹੀ ਨਹੀਂ। ਅੱਜ ਸਿਲੰਡਰ ਵੰਡਦੇ ਫਿਰਦੇ ਨੇ, ਸਿਲੰਡਰ ਦੀ ਬਲੈਕੇਜ ਹੁੰਦੀ ਆ, ਕੋਈ 1800 ਦਾ ਭਰ ਰਿਹਾ, ਕੋਈ 2400 ਦਾ ਭਰ ਰਿਹਾ। ਇਹ ਸਭ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ। ਹੁਣ ਬਾਰਦਾਨਾ ਨਹੀਂ ਮਿਲਿਆ, ਜਦੋਂ ਪਤਾ ਵੀ ਫਸਲ ਆਉਣੀ ਹੈ, ਕਿਸਾਨਾਂ ਦੀ ਫਸਲ ਆਉਣੀ ਹੈ, ਠੀਕ ਆ, ਤੇ ਉਹਨਾਂ ਦਾ ਬਾਰਦਾਨੇ ਦਾ ਪਹਿਲਾਂ ਅਰੇਂਜਮੈਂਟ ਕਰਨਾ ਚਾਹੀਦਾ ਸੀ। ਸਰਕਾਰ ਜੋ ਵੀ ਆ ਸਾਰਾ ਜ਼ਿਮੀਂਦਾਰਾਂ ਨੂੰ, ਸਭ ਤੋਂ ਵੱਧ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਕਰ ਰਹੀ। ਪਹਿਲਾਂ ਤੇ ਮੋਦੀ ਨੇ ਪਰੇਸ਼ਾਨ ਕੀਤਾ ਹੋਇਆ, ਉਦੋਂ ਬਾਅਦ ਆਪਣੇ ਕੈਪਟਨ ਸਾਹਿਬ ਨੇ ਕੀਤਾ ਹੋਇਆ ਜੀ। ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਜਿਹੜੇ 3 ਕਾਨੂੰਨ ਲੈ ਕੇ ਆਈ ਆ, ਤਾਂ ਉਹਨਾਂ ਦਾ ਕਹਿਣਾ ਕਿ ਜਿਹੜੇ 3 ਕਾਨੂੰਨ ਅਸੀਂ ਲਿਆਂਦੇ ਨੇ, ਇਹਨਾਂ ਨਾਲ ਆਮਦਨ ਜਿਹੜੀ ਦੁੱਗਣੀ ਹੋਊਗੀ। ਲੱਗਦਾ ਕਿ ਹੋਊਗੀ ਇਹ ਹੁਣ ਤੁਹਾਡੀ? ਪਹਿਲੀ ਗੱਲ ਤਾਂ ਇਹ ਸੁਣੋ ਜੀ, ਬਈ ਜਦੋਂ ਆਪਾਂ ਨੂੰ ਕਹਿ ਰਿਹਾ ਵੀ ਆਪਾਂ ਉਹ ਕਾਨੂੰਨ ਨਹੀਂ ਲੈਣੇ, ਜਦੋਂ ਜ਼ਿਮੀਂਦਾਰ ਕਹਿ ਰਿਹਾ ਵੀ ਅਸੀਂ ਉਹ ਕਾਨੂੰਨ ਨਹੀਂ ਲੈਣੇ, ਤੇ ਸਰਕਾਰ ਕਹਿੰਦੀ ਆ ਨਹੀਂ ਜੀ ਇਹ ਕਾਨੂੰਨ ਵਧੀਆ ਨੇ, ਜ਼ਿਮੀਂਦਾਰ ਕਹਿੰਦੇ ਸਾਨੂੰ ਚਾਹੀਦਾ ਹੀ ਨਹੀਂ। ਸਰਕਾਰ ਧੱਕੇ ਨਾਲ ਦੇ ਰਹੀ ਆ ਵੀ ਇਹ ਕਾਨੂੰਨ ਵਧੀਆ ਨੇ, ਜਦੋਂ ਅਸੀਂ ਕਹਿ ਰਹੇ ਹਾਂ, ਆਪਾਂ ਕਹਿ ਰਹੇ ਹਾਂ ਵੀ ਅਸੀਂ ਇੱਕ ਰੋਟੀ ਖਾਣੀ ਆ, ਹੁਣ ਕੋਈ ਕਵੇ ਨਾ ਬਈ ਤੈਨੂੰ ਤਾਂ ਧੱਕੇ ਨਾਲ 2 ਖਵਾਉਣੀਆਂ, ਇਹ ਕੰਮ ਤਾਂ ਗਲਤ ਆ ਨਾ ਜੀ। ਹੁਣ ਸਾਨੂੰ ਤਾਂ ਕਾਨੂੰਨ ਚਾਹੀਦੇ ਹੀ ਨਹੀਂ। ਸਾਨੂੰ ਤੇ ਉਹੀ ਜਿੱਦਾਂ ਮੰਡੀ ਬੋਰਡ ਵਿਕ ਰਿਹਾ ਉੱਦਾਂ ਵਿਕਣ ਦਿਓ, ਅਸੀਂ ਕਾਨੂੰਨਾਂ ਤੋਂ ਕੀ ਕਰਨਾ, ਠੀਕ ਆ। ਦੂਜੇ ਨੰਬਰ ਤੇ ਪੰਜਾਬ ਦੇ ਵਿੱਚ ਆੜ੍ਹਤੀਆਂ ਤੋਂ ਬਿਨਾਂ ਜ਼ਿਮੀਂਦਾਰ ਦੀ ਗਤੀ ਨਹੀਂ। ਅੱਜ ਪਟਿਆਲਾ ਮੰਡੀ ਜਾ ਕੇ ਦੇਖ ਲਓ, ਜਾਂ ਬਲਵੇੜਾ ਮੰਡੀ ਨੇੜੇ ਲੱਗਦੀ ਆ, ਜਾਂ ਸਮਾਣਾ ਮੰਡੀ ਵੀ ਨੇੜੇ ਲੱਗਦੀ ਆ, ਜਾਂ ਸਨੌਰ ਮੰਡੀ ਵੀ ਨੇੜੇ ਲੱਗਦੀ ਆ। ਹਰੇਕ ਮੰਡੀ ਦੇ ਵਿੱਚ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਨੂੰ ਆੜ੍ਹਤੀ ਪੈਸਾ ਨਹੀਂ ਦੇ ਰਿਹਾ। ਜਿਹੜੇ ਲੱਖ 2 ਲੱਖ ਨੇ ਉਹ ਲੋਨ ਲੈਣ ਲਈ ਮਜਬੂਰ ਹੋ ਰਹੇ ਨੇ, ਠੀਕ ਆ। ਸਰਕਾਰਾਂ ਚਾਹੁੰਦੀਆਂ ਨੇ ਵੀ ਬੈਂਕਾਂ ਦੇ ਕਰਜ਼ਾਈ ਹੋਣ, ਸਾਨੂੰ ਜ਼ਮੀਨ ਵੇਚਣ, ਜ਼ਮੀਨ ਕੁਰਕੀ ਕਰਾਉਣ, ਤੇ ਅਸੀਂ ਇਹਨਾਂ ਦੇ ਹੱਥ ਵੱਢੀਏ। ਸਰਕਾਰ ਤਾਂ ਪਹਿਲਾਂ ਹੀ ਇਹ ਚੀਜ਼ ਚਾਹੁੰਦੀ ਹੈ ਜੀ। ਜੇ ਕਾਨੂੰਨ ਮੰਨ ਲਓ ਜੇ ਲਾਗੂ ਹੁੰਦੇ ਨੇ ਤਾਂ ਕਿਹੋ ਜਿਹੇ ਹਾਲਾਤ ਹੋ ਜਾਣਗੇ ਇੱਥੇ ਪੰਜਾਬ ਦੇ? ਜਿਹੜੇ ਹੁਣ ਲੇਬਰ ਜਿਵੇਂ ਕੰਮ ਕਰ ਰਹੀ ਹੈ ਜਾਂ ਤੁਸੀਂ ਕਰਦੇ ਹੋ, ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹੇ ਹਾਲਾਤ ਹੋ ਜਾਣਗੇ? ਸਰ ਵੇਖੋ, ਵੀ ਜਿੱਦਾਂ ਇਹ ਕਾਨੂੰਨ ਲਾਗੂ ਹੋਏ, ਹਾਲਾਤ ਤਾਂ ਮਾੜੇ ਹੋਣੇ ਹੀ ਨੇ। ਕਿੱਦਾਂ ਕਿ ਹੁਣ ਸਰਕਾਰ ਕਹਿ ਰਹੀ ਹੈ ਵੀ ਕਿਸਾਨ ਨੂੰ ਵੀ, ਇਹ 'ਚ ਛੋਟੇ ਕਿਸਾਨਾਂ ਨੂੰ ਫਾਇਦਾ ਹੈ, ਵੀ ਆਪਣਾ ਵੀ ਵਿਚੋਲਿਆਂ ਨੂੰ ਬਾਹਰ ਕੱਢ ਦਾਂਗੇ ਆਪਾਂ। ਹੁਣ ਇਹ ਕਹਿੰਦੇ ਨੇ ਵੀ ਛੋਟੇ ਕਿਸਾਨ ਨੂੰ ਫਾਇਦਾ ਅਗਰ ਇਹ ਕਾਨੂੰਨ ਲਾਗੂ ਹੁੰਦੇ ਨੇ। ਮੰਨ ਲਓ ਹੁਣ ਮਹਾਰਾਸ਼ਟਰ ਦੇ ਵਿੱਚ ਮੰਨ ਲਓ ਆਪਣੀ ਫਸਲ 2000 ਰੁਪਏ ਕੁਆਂਟਲ ਵਿਕਣ ਦੀ, ਜਾਂ 3000 ਰੁਪਏ ਕੁਆਂਟਲ, 1000 ਰੁਪਇਆ ਤੁਸੀਂ ਵੱਧ ਲਾ ਲਓ ਪੰਜਾਬ ਨਾਲੋਂ ਵਿਕਣ ਦੀ, ਇੱਥੋਂ 2000 ਕਿਲੋਮੀਟਰ ਦੂਰ, ਤਾਂ 2 ਕਿੱਲਿਆਂ ਵਾਲਾ ਕਿਸਾਨ ਉੱਥੇ 2000 ਕਿਲੋਮੀਟਰ ਕਿਵੇਂ ਲੈ ਕੇ ਜਾਊਗਾ? ਉਹ ਵੀ ਵੱਡਾ ਕਿਸਾਨ ਹੀ ਲੈ ਜਾਊਗਾ, ਛੋਟਾ ਕਿਸਾਨ ਨਹੀਂ ਲੈ ਕੇ ਜਾ ਸਕਦਾ। ਤੁਸੀਂ ਮੰਨ ਲਓ ਬਈ ਹੁਣ ਬਿਹਾਰ ਦੇ ਵਿੱਚ ਮੰਡੀ ਬੋਰਡ ਟੁੱਟਾ ਹੋਇਆ, ਮਹਾਰਾਸ਼ਟਰ ਦੇ ਵਿੱਚ ਇੱਧਰ ਸਾਰੇ ਬੰਨੇ ਟੁੱਟਿਆ ਹੋਇਆ। ਉਹ ਬੰਦੇ ਕਿਉਂ ਨਹੀਂ ਅਮੀਰ ਹੋਏ? ਜਾਂ ਤਾਂ ਉਹਨਾਂ ਵੀ ਦੱਸ ਦਿਓ ਨਾ ਵੀ ਉਹ ਬੰਦੇ ਵੀ ਉਹਨਾਂ ਦੀ ਦੁੱਗਣੀ ਵਿਕ ਰਹੀ ਆ,
ਬਿਹਾਰ ਦੇ ਵਿੱਚ ਦੁਗਣੀ ਵਿਕ ਰਹੀ ਹੈ। ਬਿਹਾਰ ਦੇ ਵਿੱਚ ਭਈਏ ਕੰਮ ਕਰਨ ਆਉਂਦੇ, ਉਹਨਾਂ ਨੂੰ ਪੁੱਛੀਦਾ ਵੀ ਤੁਹਾਡੀ ਜੀਰੀ ਕੀ ਰੇਟ ਵਿਕ ਰਹੀ ਆ, ਉਹ ਕਹਿੰਦੇ ਸਰਦਾਰ ਜੀ 1200 ਰੁਪਏ 1100 ਰੁਪਏ 1100 1200 ਵਿਕ ਰਹੀ ਆ। ਯੂਪੀ ਦੇ ਵਿੱਚ ਸਾਡੇ ਖੁਦ ਰਿਸ਼ਤੇਦਾਰ ਨੇ, ਸ਼ਾਮਲੀ ਹੋਏ, ਠੀਕ ਆ, ਲੁਧਨਪੁਰ ਹੋਏ, ਉਹ ਕਹਿੰਦੇ ਨੇ ਵੀ 1100-1200 ਰੁਪਏ ਅਸੀਂ ਗੱਲੀ ਸੈਲਰ 'ਚ ਤਲਾਉਂਦੇ ਆ, ਠੀਕ ਆ। ਮਤਲਬ ਯੂਪੀ ਦੇ ਵਿੱਚ ਇਹ ਰੂਲ ਆ ਵੀ ਉਹਨਾਂ ਨੇ ਜਿਵੇਂ ਆਪਣੇ 15 ਜੂਨ ਨੂੰ ਲਾਈਟ ਛੱਡਦੇ ਨੇ, ਉਹਨਾਂ ਦੇ ਕੋਈ ਰੂਲ ਨਹੀਂ, ਉਹ 2 ਵਾਰੀ ਜੀਰੀ ਲਾ ਲੈਂਦੇ ਨੇ, ਉਹਨਾਂ ਨੂੰ ਘਰ ਪੂਰਾ ਹੋ ਜਾਂਦਾ ਯੂਪੀ ਦੇ ਵਿੱਚ। ਬਿਹਾਰ ਦੇ ਵਿੱਚ ਤਾਂ ਕੁਝ ਹੁੰਦਾ ਹੀ ਨਹੀਂ ਜੀ, ਬਿਹਾਰ ਦੇ ਵਿੱਚ ਤਾਂ ਕੁਝ ਹੁੰਦਾ ਨਹੀਂ। ਯੂਪੀ ਦੀਆਂ ਵੀ ਕਈ ਸਟੇਟਾਂ ਐਸੀਆਂ ਨੇ ਜਿਹਦੇ ਵਿੱਚ ਕੁਝ ਹੁੰਦਾ ਹੀ ਨਹੀਂ, ਪਰ ਕਈ ਏਰੀਏ ਚੰਗੇ ਨੇ ਜਿੱਥੇ ਡਬਲ ਫਸਲ ਹੋ ਜਾਂਦੀ ਹੈ, ਉੱਥੇ ਜ਼ਿਮੀਂਦਾਰ ਖੁਸ਼ਹਾਲ ਆ ਜੀ, ਜਿੱਥੇ ਨਹੀਂ ਹੁੰਦੀ ਉੱਥੇ ਖਤਮ ਆ ਜ਼ਿਮੀਂਦਾਰ, ਠੀਕ ਆ। ਇਹ ਸਭ ਸਰਕਾਰ, ਪੰਜਾਬ ਸਰਕਾਰ ਵੀ ਕੁਝ ਕਰ ਸਕਦੀ ਹੈ, ਹਰੇਕ ਬੰਦੇ ਦੇ ਸਰਕਾਰ ਦੇ ਵਿੱਚ ਹੱਥ ਸਭ ਕੁਝ ਹੁੰਦਾ। ਇਹਨਾਂ ਨੇ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ। ਜ਼ਿਮੀਂਦਾਰ ਖਤਮ ਕਰਨਾ ਇਹਨਾਂ ਨੇ, ਗਰੀਬ ਕਰਨੇ ਨੇ। ਹਾਂ, ਇਹਨਾਂ ਨੇ ਗਰੀਬ ਕਰਨੇ ਨੇ। ਜੇ ਮੰਨ ਲਓ ਹੁਣ ਤੁਸੀਂ ਸਵਾਲ ਭਾਜੀ ਨੂੰ ਕੀਤਾ ਸੀ ਵੀ 2 ਸਾਲ ਬਾਅਦ ਕੀ ਹੋਊਗਾ, ਸਾਲ ਬਾਅਦ ਹੋਣਾ ਕੀ ਹੈ ਜੀ, ਜਿਹੜੇ ਲੋਕ ਅੱਜ 60-65 ਹਜ਼ਾਰ ਰੁਪਇਆ ਠੇਕਾ ਮੰਗਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹੋ ਸਮਾਂ ਕਰ ਦੇਣਗੇ ਵੀ ਉਹ ਕਹਿਣਗੇ ਵੀ ਸਾਡੀ ਜ਼ਮੀਨ ਵਾਲਾ ਠੇਕਾ ਜੀਰੀ ਵੇਚ ਕੇ ਜਾਂ ਕਣਕ ਵੇਚ ਕੇ ਸਾਲ ਦਾ ਇਕੱਠਾ ਹੀ ਦੇ ਦੀ। ਇਹ ਗੱਲਾਂ ਕਰਨਗੇ। ਹਾਂ, ਅੱਬਲ ਦਾ ਜ਼ਮੀਨ ਵਿਕਣੀ ਹੋਣੀ, ਜ਼ਮੀਨ ਦਾ ਰੇਟ ਹੀ ਜਿਵੇਂ ਹੁਣ 20 ਲੱਖ ਨੂੰ ਕਿੱਲਾ ਹੋ ਗਿਆ ਜੀ, ਜਿਵੇਂ 70 ਲੱਖ ਨੂੰ ਪਹੁੰਚ ਗਏ, 70 ਤੋਂ 50 25 30 ਤੇ ਹੁਣ 20 ਲੱਖ ਨੂੰ ਹੋ ਗਿਆ। ਆਉਣ ਵਾਲੇ ਸਮੇਂ 2-3 ਸਾਲਾਂ ਤੱਕ 7-8 ਲੱਖ ਦਾ ਤੁਹਾਨੂੰ ਮੈਂ ਕਿੱਲਾ ਵਿਕਦਾ ਦਿਖਾਵਾਂਗਾ। ਜੇ ਮੰਡੀ ਬੋਰਡ ਟੁੱਟ ਗਿਆ 7-8 ਲੱਖ ਦਾ ਕਿੱਲਾ ਵਿਕਦਾ ਦਿਖਾਵਾਂਗਾ। ਨਾਲੇ ਆ ਜਿਹੜੇ ਭਈਏ ਆਉਂਦੇ ਨੇ ਬਿਹਾਰ ਤੋਂ ਜਾਂ ਯੂਪੀ ਤੋਂ ਆਉਂਦੇ ਨੇ, ਇਹਨਾਂ ਦੇ ਵੀ ਵਿਚਾਰਿਆਂ ਨੇ ਭੁੱਖੇ ਮਰ ਲੱਗ ਜਾਣਾ। ਜਦੋਂ ਜ਼ਿਮੀਂਦਾਰ ਹੀ ਭੁੱਖਾ ਮਰ ਲੱਗ ਗਿਆ ਤੇ ਇਹਨਾਂ ਨੇ ਜਦੋਂ ਮੰਡੀਆਂ 'ਚ ਕੰਮ ਨਹੀਂ ਰਿਹਾ, ਖੇਤਾਂ 'ਚ ਕੰਮ ਨਹੀਂ ਰਿਹਾ, ਠੀਕ ਹੈ ਜੀ, ਕਿੱਥੋਂ ਖਾਣਗੇ ਵਿਚਾਰੇ ਇਹ? ਜ਼ਿਮੀਂਦਾਰ ਤੇ ਚੱਲ ਸਾਡੇ ਵਰਗੇ 2-4 ਕਿੱਲਿਆਂ ਦੇ ਮਾਲਕ ਨੇ, ਕਣਕ ਜੀਰੀ ਕਰਕੇ ਖਾਈ ਜਾਣਗੇ, ਆਪਣੇ ਘਰ ਜੋਗੀ ਤਾਂ ਹੋਊਗੀ, ਬੱਚਿਆਂ ਕੋਲੋਂ ਤਾਂ ਖੋਲ ਲੈਣਗੇ, ਠੀਕ ਆ, ਆਪਣੇ ਜੋਗਾ ਅਸੀਂ ਟਾਈਮ ਪਾਸ ਕਰੀ ਜਾਵਾਂਗੇ। ਪਰ ਜਿਹੜੇ ਆਮ ਪਬਲਿਕ ਨੇ, ਜਿਵੇਂ ਹੁਣ ਲਾਲੇ ਬੈਠੇ ਨੇ ਵੱਡੇ ਹੁਣ ਬੋਲਦੇ ਨਹੀਂ, ਇਹਨਾਂ ਕੋਲ ਸੁਨਿਆਰੇ ਬੈਠੇ ਨੇ, ਲਾਲੇ ਬੈਠੇ ਨੇ, ਪੈਸੇ ਹੁਣ ਪੈਸਾ ਇਹਨਾਂ ਕੋਲ ਹੈਗਾ, ਬੈਠੇ ਨੇ, ਅਗਲੇ ਸੋਚ ਰਹੇ ਵੀ ਜ਼ਿਮੀਂਦਾਰ ਮਰਦਾ ਮਰਨ ਦੇ, ਠੀਕ ਆ। ਜਦੋਂ 2-4 ਸਾਲਾਂ ਤੱਕ ਇਹਨਾਂ ਕੋਲ ਪੈਸਾ ਹੀ ਨਹੀਂ ਆਇਆ, ਵੱਡੇ ਲਾਲਿਆਂ ਕੋਲ, ਇਹ ਵੀ ਥੁੱਕ ਲਗਾ ਕੇ ਫਿਰ ਗਿਣ ਲੈਣ ਪੈਸੇ। ਦਫ਼ਤਰਾਂ 'ਚ ਬੈਠੇ ਹੋਏ ਨੇ ਨਾ, ਹੁਣ ਤੇ ਏਸੀਆਂ ਥੱਲੇ ਬੈਠੇ ਨੇ, ਸਾਡੇ ਵਰਗੇ ਰੋਲ ਰਹੇ ਨੇ, ਇਹ ਗਿਣ ਲੈਣ ਪੈਸਾ ਵੀ ਕਿਵੇਂ ਪੈਸਾ ਗਿਣੀਦਾ। ਇਹ ਫੈਕਟ 2-3 ਸਾਲ ਬਾਅਦ ਰਿਜ਼ਲਟ ਇਹਦਾ ਨਿਕਲੂਗਾ। ਹਾਲੇ ਤਾਂ ਜ਼ਿਮੀਂਦਾਰ ਕੋਲ ਪੈਸਾ ਹੈਗਾ, ਠੀਕ ਆ। ਜੇ ਗੱਲ ਆਪਾਂ ਟਮਾਟਰ ਤੇ ਆ ਜੀ, ਤੁਹਾਡੇ ਵਾਲੇ ਤੇ ਟਮਾਟਰ ਦੀ ਕਰੀਏ ਤਾਂ ਤੁਹਾਡਾ ਟਮਾਟਰ ਹੁਣ ਇੱਥੇ 2 ਰੁਪਏ ਵਿਕ ਰਿਹਾ, ਤੁਸੀਂ ਕਹਿ ਰਹੇ ਹੋ 2 ਰੁਪਏ ਵਿਕਦਾ। 2 ਰੁਪਏ ਵੀ ਨਹੀਂ ਹੈਗਾ ਭਾਜੀ, 2 ਰੁਪਿਆ 2000 ਟਮਾਟਰ ਮੰਨ ਲਓ 2 ਰੁਪਏ ਨੂੰ ਚੱਲ ਅਸੀਂ ਭੇਜਤਾ, ਇਹ 2 ਰੁਪਏ ਨੂੰ ਟਮਾਟਰ ਤਾਂ ਗਿਆ ਵੀ ਸਾਡੇ 5 ਏਕੜ ਇਕੱਠੇ ਨੇ, ਸਾਡੇ ਕੋਲ ਆ ਕੇ ਉਹ 600-700 ਗ੍ਰੇਡ ਇਕੱਠਾ ਭਰ ਲੂਗਾ। ਜਿਹੜੇ ਜ਼ਿਮੀਂਦਾਰ ਨੇ ਅੱਧਾ ਕਿੱਲਾ ਬੀਜਿਆ ਹੋਇਆ ਉੱਥੇ ਤੱਕ ਆਪਣਾ ਗੱਡੀ ਜਾ ਨਹੀਂ ਸਕਦੀ, ਉਹਦਾ ਤੇ ਮਾਲ ਨਹੀਂ ਨਾ ਵਿਕਣਾ ਹੈਗਾ। ਮੰਨ ਲਓ ਚਲ ਅਸੀਂ ਤਾਂ 2 ਗੱਡੀ ਆਊਗੀ, ਚਲੋ ਗੱਡੀ ਆਊਗੀ ਉਹ 600-700। ਜਦੋਂ ਆਪਾਂ ਸਬਜ਼ੀ ਲਾਉਂਦੇ ਆ, ਹੁਣ ਜੇ ਤੁਸੀਂ ਕਿਸੇ ਫੈਕਟਰੀ ਨਾਲ ਕਰੋ ਵੀ ਅਸੀਂ ਆਹ ਮਟਰ ਲਾਉਣਾ, ਕੁਆਲਿਟੀ ਦਾ ਲਾਉਣਾ, ਜਿਹੜੀਆਂ ਹਰਿਆਣੇ ਦੇ ਵਿੱਚ ਬਣਾਉਂਦੀਆਂ ਨੇ, ਸ਼ਾਹਬਾਦ ਮੇਰੇ ਫੁੱਫੜ ਜੀ ਨੇ 10 ਕਿੱਲੇ ਖੀਰਾ ਲਾਇਆ ਸੀ, 2 ਰੁਪਏ ਕਿਲੋ ਵੀ ਤੇ 16-17 ਕਿੱਲੇ ਸ਼ਿਮਲਾ ਮਿਰਚ ਸੀ। ਉਹਨਾਂ ਦਾ ਖੀਰਾ ਅੱਜ ਵੀ 10 ਰੁਪਏ ਵਿਕ ਰਿਹਾ ਜੀ, ਹਰਲੈਂਸ ਵਾਲੇ ਲੈ ਕੇ ਜਾ ਰਹੇ ਨੇ ਦਿੱਲੀ ਤੋਂ। ਤੇ ਜਿਹੜਾ ਸ਼ਿਮਲਾ ਮਿਰਚ ਆ ਉਹ 8 ਰੁਪਏ ਵਿਕ ਰਹੀ ਆ, ਠੀਕ ਆ, ਵਧੀਆ, ਹਫ਼ਤੇ ਬਾਅਦ ਪੇਮੈਂਟ ਆ ਜਾਂਦੀ ਹੈ, ਵਧੀਆ ਨੇ ਜੀ। ਜਿੱਥੋਂ ਸਹੂਲਤ ਹੈਗੀ ਕਿਸਾਨ 'ਚ, ਸਾਡੇ 'ਚ ਉਰੇ ਆਉਣ ਤੋਂ ਪਹਿਲਾਂ ਇਹਨਾਂ ਨਾਲ ਸਰਕਾਰਾਂ ਨਾਲ ਹਿੱਸਾ ਪਾਉਣਾ ਪੈਂਦਾ। ਜੇ ਇਹੀ ਤੁਹਾਡਾ ਟਮਾਟਰ ਹੁਣ ਇਹਦੀ ਸੌਸ ਬਣਦੀ ਆ, ਟੋਮੈਟੋ ਸੌਸ ਬਣਦੀ ਆ, ਉਹੀ ਆ, ਤੇ ਆਪਾਂ ਬਾਜ਼ਾਰ ਦੇ ਵਿੱਚ ਲੈਣ ਜਾਂਦੇ ਆ, ਉਹਦੀ ਬੋਤਲ ਆਪਾਂ ਨੂੰ 150 ਰੁਪਏ ਦੀ ਮਿਲਦੀ ਆ, ਉਹ 'ਚ ਕਿੰਨਾ ਕੁ ਟਮਾਟਰ ਲੱਗਿਆ ਹੁੰਦਾ? ਤੁਹਾਡਾ 2 ਰੁਪਏ ਟਮਾਟਰ ਉਹ ਪੈਕਿੰਗ ਹੋ ਕੇ ਇੰਨਾ ਮਹਿੰਗਾ ਵਿਕਦਾ, ਇਹ ਤੁਹਾਡਾ ਕਦੋਂ ਨਹੀਂ ਵਿਕਦਾ? ਇਹ ਸਾਡਾ ਕਾਹਦੇ, ਜਿਹੜੇ ਤਗੜੇ ਬੰਦੇ ਨੇ ਜੀ, ਹੁਣ ਸਰਕਾਰ ਨੇ ਫੈਕਟਰੀਆਂ ਪਹਿਲਾਂ ਹੀ ਬੰਦਿਆਂ ਨੇ ਲਾਈਆਂ ਹੋਈਆਂ, ਅਸੀਂ ਹੁਣ ਕਿੱਥੇ ਫੈਕਟਰੀਆਂ ਲਾਈਏ ਜੀ? ਫੈਕਟਰੀਆਂ ਲਈ ਕਰੋੜਾਂ ਰੁਪਈਆ ਚਾਹੀਦਾ ਜੀ, ਠੀਕ ਹੈ ਜੀ, ਲਾ ਕੇ ਸਾਡੇ ਕੋਲ ਨਾ ਅੱਗੇ ਅਸੀਂ ਵੇਚਾਂਗੇ ਕਿੱਥੇ ਜੀ? ਨਹੀਂ, ਅੱਗੇ ਜੇ ਕੰਪਨੀ ਨਾਲ ਕਿਸੇ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ ਜਾਂ ਕਰਦੇ ਹੋਵੋ? ਸਾਡੇ ਕੋਲ ਕੰਪਨੀਆਂ ਕਿੱਥੇ, ਜ਼ਿਮੀਂਦਾਰਾਂ ਕੋਲ ਕੰਪਨੀਆਂ ਕਿੱਥੇ? ਇਹ ਤਾਂ ਕੋਈ ਸਰਕਾਰ ਲਿਆਵੇ ਵੀ ਆਹ ਉਰੇ ਏਰੀਏ 'ਚ ਤੁਹਾਨੂੰ ਫੈਕਟਰੀ ਲਾ ਕੇ ਦੇ ਦਿੰਦੇ ਆ, ਠੀਕ ਆ। ਇਹ ਫੈਕਟਰੀ ਦੇ ਬੰਦੇ ਆ ਟਮਾਟਰ ਵੀ ਚੱਕਣਗੇ, ਆਲੂ ਵੀ ਚੱਕਣਗੇ, ਠੀਕ ਆ, ਤੇ ਸ਼ਿਮਲਾ ਮਿਰਚ ਵੀ ਚੱਕਣਗੇ। ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਣੇ ਬਰੋਕਲੀ ਵਰਗੀ ਸਬਜ਼ੀ, ਟਮਾਟਰ ਵਰਗੀ ਸਬਜ਼ੀ, ਪਹਿਲਾਂ ਪਾਕਿਸਤਾਨ 'ਚ ਟਮਾਟਰ ਤਾਂ ਉਦੋਂ ਦਾ ਮੰਦਾ ਹੋਣ ਲੱਗ ਗਿਆ ਜਦੋਂ ਇਹਨਾਂ ਨੇ ਪਾਕਿਸਤਾਨ ਬੰਦ ਕਰਤਾ ਜੀ, ਉਦੋਂ ਦੇ ਛਿੱਤਰ ਪੈਣ ਲੱਗ ਗਏ ਜੀ, ਜਦੋਂ ਇਹਨਾਂ ਨੇ ਪਾਕਿਸਤਾਨ ਬੰਦ ਕਰਤਾ। ਪਾਕਿਸਤਾਨ ਦੇ ਵਿੱਚ ਅੱਜ ਟਮਾਟਰ 40-50 ਰੁਪਏ ਕਿਲੋ ਜੀ। ਸਾਡੇ ਕੋਲ ਜ਼ਮੀਨਾਂ ਲੈ ਕੇ ਆ ਪਾਕਿਸਤਾਨ ਪਹੁੰਚਾਉਣਗੇ। ਹਾਂ, ਇਹੀ ਜਦੋਂ ਇਹਨਾਂ ਨੇ ਸਾਡੇ ਕੋਲੋਂ ਜ਼ਮੀਨਾਂ ਲੈ ਲਈਆਂ ਨਾ, ਫਿਰ ਇਹਨਾਂ ਨੇ ਆਪ ਸਮਾਨ ਪਾਕਿਸਤਾਨ ਪਹੁੰਚਾਉਣਾ।
ਅੱਜ ਸਾਡਾ ਸਮਾਨ ਰੁਲਦਾ ਪਿਆ, ਜਦੋਂ ਇਹਨਾਂ ਦੇ ਅੰਡਰ ਆ ਗਿਆ ਸਮਾਨ ਫਿਰ ਆਪ ਵੇਚਣਗੇ, ਪਾਕਿਸਤਾਨ ਵੇਚਣਗੇ, ਨਾਲ ਲੱਗਦੀਆਂ ਕੰਟਰੀਆਂ 'ਚ ਵੇਚਣਗੇ। ਹੋਰ ਪਾਕਿਸਤਾਨ 'ਚੋਂ ਜੇ ਸੀਮੈਂਟ ਲਿਆ ਸਕਦੇ ਨੇ, ਇਹ ਪਿੱਛੇ ਸੀਮੈਂਟ ਦੀ ਸ਼ਾਰਟੇਜ ਹੋ ਗਈ ਸੀ, ਸੀਮੈਂਟ ਲਿਆ ਸਕਦੇ, ਸੀਮੈਂਟ ਦੇ ਵਿੱਚ ਚਿੱਟਾ ਆ ਸਕਦਾ, ਸੀਮੈਂਟ ਦੇ ਥੈਲਿਆਂ ਦੇ ਵਿੱਚ ਜੇ ਚਿੱਟਾ ਪੰਜਾਬ ਦੇ ਵਿੱਚ ਆ ਸਕਦਾ, ਫੀਮ ਆ ਸਕਦੀ ਆ, ਟਮਾਟਰ ਨਹੀਂ ਜਾ ਸਕਦਾ, ਟਮਾਟਰ ਵੀ ਜਾ ਸਕਦਾ। ਉੱਥੇ 40 50 60 ਰੁਪਏ ਕਿਲੋ ਟਮਾਟਰ ਆ, ਭਿੰਡੀ 60 ਰੁਪਏ ਕਿਲੋ। ਅੱਜ ਗੂਗਲ ਤੇ ਤੁਸੀਂ ਉਹਦਾ ਵੈਦਰ ਕਰਕੇ ਦੇਖੋ ਨਾ, ਸਬਜ਼ੀ ਦੇ ਰੇਟ ਕਰਕੇ ਦੇਖੋ ਪਾਕਿਸਤਾਨ ਦੇ ਵਿੱਚ, ਠੀਕ ਆ। ਅਫਗਾਨਿਸਤਾਨ ਦੇ ਵਿੱਚ ਟਮਾਟਰ ਦੇ ਰੇਟ ਕਰਕੇ ਵੇਖੋ, ਠੀਕ ਆ। ਹਰੇਕ ਕੰਟਰੀ ਦੇ ਵਿੱਚ ਰੇਟ ਹੈਗਾ, ਵਧੀਆ ਹੈਗਾ। ਪਰ ਪੰਜਾਬ ਦੇ ਵਿੱਚ ਜਿੱਥੇ ਜ਼ਿਮੀਂਦਾਰ, ਜਦੋਂ ਪੰਜਾਬ ਦਾ ਕਿਸਾਨ ਹੀ ਖਤਮ ਹੋ ਗਿਆ ਜੀ, ਦੇਸ਼ ਦਾ ਕਿਸਾਨ ਖਤਮ ਹੋ ਗਿਆ। ਪੰਜਾਬ ਤੋਂ ਮੁੱਢ ਹੁੰਦਾ, ਪੰਜਾਬ ਇੱਕ ਮੁੱਢ ਆ, ਪੰਜਾਬ ਕਿਸਾਨਾਂ ਦਾ ਮੁੱਢ ਆ ਇੱਕ। ਇੰਡੀਆ ਕਿਸਾਨਾਂ ਦਾ ਮੁੱਢ ਆ। ਜਦੋਂ ਪੰਜਾਬ ਹੀ ਖਤਮ ਹੋ ਗਿਆ ਤੇ ਦੇਸ਼ ਖਤਮ ਹੋ ਗਿਆ। ਜਿਹੜੇ ਮਰਜ਼ੀ ਬੰਦੇ ਨੂੰ ਅੱਜ ਪੁੱਛ ਕੇ ਵੇਖ ਲਓ, ਜਿਹੜੇ ਮਰਜ਼ੀ ਕੰਪਨੀ ਵਾਲੇ, ਬੜੇ ਕੰਪਨੀ ਵਾਲੇ ਆਉਂਦੇ ਨੇ, ਬਾਇਰ ਵਾਲੇ, PI ਵਾਲੇ, ਸੁਜੰਟਾ ਵਾਲੇ, ਲక్ష్ਮੀ ਵਾਲੇ, ਕਈ ਕੰਪਨੀ ਵਾਲੇ ਆਉਂਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਸਭ ਤੋਂ ਵਧੀਆ ਖੇਤੀ ਕਿੱਥੇ ਆ, ਖੁਸ਼ਹਾਲ ਕਿਹੜੇ ਏਰੀਏ ਦਾ, ਬਈ ਕਿਹੜੀ ਸਟੇਟ ਦਾ ਕਿਸਾਨ ਖੁਸ਼ਹਾਲ ਏ। ਉਹ ਕਹਿੰਦੇ ਵੀ ਪੰਜਾਬ ਦਾ, ਪਰ ਕਹਿੰਦੇ ਵੀ ਪੰਜਾਬ ਦਾ ਖੁਸ਼ਹਾਲ ਖਤਮ ਹੁੰਦਾ ਜਾ ਰਿਹਾ, ਹਰਿਆਣੇ ਦਾ ਕਿਸਾਨ ਉੱਪਰ ਆਉਂਦਾ ਜਾ ਰਿਹਾ, ਠੀਕ ਹੈ ਜੀ। ਇਹ ਸਨ ਸਾਡੇ ਨਾਲ ਕੁਝ ਕਿਸਾਨ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਟਮਾਟਰ ਆ ਉਹਨਾਂ ਦਾ ਬਿਲਕੁਲ ਮੰਦੇ ਭਾਅ ਵਿਕ ਰਿਹਾ, ਰੋ ਆਪਣੇ ਦੁੱਖੜੇ ਦੱਸ ਰਹੇ ਨੇ। ਉਹ ਕਹਿੰਦੇ ਨੇ ਕਿ 2 ਰੁਪਏ ਵੀ ਜਿਹੜਾ ਉਹ ਚੱਕ ਨਹੀਂ ਰਹੇ ਲੋਕ, ਤੇ ਲੋਕਡਾਊਨ ਕਰਕੇ ਇਹਨਾਂ ਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਲੋਕਡਾਊਨ ਲਾਉਂਦੀਆਂ ਨੇ ਤਾਂ ਅਜਿਹੇ ਕਿਸਾਨਾਂ ਦਾ ਕੋਈ ਨਾ ਕੋਈ ਹੀਲਾ ਕਰਨਾ ਚਾਹੀਦਾ, ਉਹਨਾਂ ਦੇ ਖੇਤਾਂ ਤੱਕ ਪਹੁੰਚ ਕੇ ਦੇਖਣਾ ਚਾਹੀਦਾ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੀ ਚੀਜ਼ ਪਈ ਆ ਤੇ ਉਹ ਮੰਡੀ ਦੇ ਵਿੱਚ ਕਿਵੇਂ ਪਹੁੰਚੂਗੀ ਤੇ ਕਿਸਾਨ ਨੂੰ ਉਹਦੇ ਪੈਸੇ ਕਿਵੇਂ ਮਿਲਣਗੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਸੁਖਵੀਰ ਭੰਗੂ, ਪਟਿਆਲਾ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।